ਇਸ ਕਹਾਣੀ ਦੇ ਵਿੱਚ ਡਰ ਹੈ। ਕਿਰਪਾ ਕਰਕੇ ਹੈੱਡਫੋਨਸ ਲਗਾ ਕੇ ਸੁਣੋ। ਮੇਰਾ ਨਾਮ ਜਾਵੇਦ ਹੈ ਅਤੇ ਮੈਂ ਭਾਰਤ ਦੇ ਪੰਜਾਬ ਵਿੱਚ ਰਹਿੰਦਾ ਹਾਂ। ਇਹ ਕਹਾਣੀ ਮੇਰੇ ਪਿਤਾ ਜੀ ਦੀ ਹੈ ਅਤੇ ਇਸ ਖਾਸ ਘਟਨਾ ਦੇ ਸਮੇਂ ਉਹ ਲਗਭਗ 18 ਸਾਲ ਦੇ ਸਨ। ਗਰਮੀਆਂ ਦਾ ਸਮਾਂ ਸੀ, ਇਸ ਲਈ ਉਹ ਸਿਆਲਕੋਟ ਨਾਂ ਦੇ ਸ਼ਹਿਰ ਰਿਸ਼ਤੇਦਾਰਾਂ ਨੂੰ ਮਿਲਣ ਚਲੇ ਗਏ। ਸਿਆਲਕੋਟ ਪਾਕਿਸਤਾਨ ਦਾ ਸ਼ਹਿਰ ਹੈ। ਪਿਤਾ ਜੀ ਦਾ ਨਾਨਕਾ ਪਰਿਵਾਰ ਉੱਥੇ ਸਥਿਤ ਸੀ, ਜੋ ਕਿ ਇੱਕ ਛੋਟੇ ਜਿਹੇ ਢਾਣੀ ਵਿੱਚ ਕੁਝ ਘਰਾਂ ਵਿੱਚ ਰਹਿੰਦਾ ਸੀ। ਉਸ ਦੇ ਕੁਝ ਚਚੇਰੇ ਭਰਾ ਅਤੇ ਉਸ ਦਾ ਇੱਕ ਚਾਚਾ ਅੰਕਲ ਅਰਸ਼ਦ, ਜੋ ਕਿ ਉਸ ਸਮੇਂ ਬਹੁਤ ਛੋਟਾ ਸੀ, ਉਸ ਸਮੇਂ ਲਗਭਗ 25 ਸਾਲ ਦਾ ਸੀ, ਉਹਨਾਂ ਨਾਲ ਉੱਥੇ ਆ ਗਏ। ਆਪਣੇ ਠਹਿਰਨ ਦੌਰਾਨ ਉਹਨਾਂ ਨੇ ਉਹਨਾਂ ਦੇ ਪਰਿਵਾਰ ਦੀ ਮਲਕੀਅਤ ਵਾਲੇ ਘਰ ਦੀਆਂ ਕੁਝ ਕਹਾਣੀਆਂ ਸੁਣੀਆਂ ਸੀ। ਇਹ ਗਲੀ ਦੇ ਅੰਤ ਵਿੱਚ ਇੱਕ ਘਰ ਸਥਿਤ ਸੀ ਅਤੇ ਉਸ ਸਮੇਂ ਖਾਲੀ ਘਰ ਸੀ। ਇਸ ਦੀ ਇੱਕੋ ਇੱਕ ਉਪਯੋਗਤਾ ਇਹ ਸੀ ਕਿ ਵਿਹੜੇ ਨੂੰ ਦਿਨ ਵੇਲੇ ਸਥਾਨਕ ਬਾਡੀ ਬਿਲਡਰਾਂ ਦੁਆਰਾ ਇੱਕ ਜਿਮ ਵਜੋਂ ਵਰਤਿਆ ਜਾਂਦਾ ਸੀ। ਉਹਨਾਂ ਨੂੰ ਦੱਸੀਆਂ ਗਈਆਂ ਕਹਾਣੀਆਂ ਵਿੱਚੋਂ ਇੱਕ ਮੰਨਾ ਨਾਮਕ ਸਥਾਨਕ ਬਾਡੀ ਬਿਲਡਰ ਦੀ ਕਹਾਣੀ ਸੀ। ਮੰਨਾ ਇੱਕ ਦਿਨ ਉੱਥੇ ਇਕੱਲਾ ਵਜ਼ਨ ਚੁੱਕ ਰਿਹਾ ਸੀ ਅਤੇ ਇੱਕ ਵਾਰ ਜਦੋਂ ਕੋਈ ਖਾਸ ਭਾਰੀ ਚੀਜ਼ ਚੁੱਕਣ ਤੋਂ ਬਾਅਦ ਉੱਠਿਆ ਤਾਂ ਉਸ ਦੀ ਪਿੱਠ ਤੇ ਥੱਪੜ ਮਾਰਿਆ ਗਿਆ ਅਤੇ ਕਿਹਾ ਗਿਆ, ਸ਼ਾਬਾਸ਼। ਉਸ ਨੂੰ ਪਤਾ ਸੀ ਕਿ ਵਿਹੜੇ ਵਿੱਚ ਕੋਈ ਹੋਰ ਨਹੀਂ ਸੀ। ਉਹ ਸਮਝ ਗਿਆ ਕਿ ਇਹ ਕੋਈ ਭੂਤ ਹੈ। ਉਸ ਤੋਂ ਬਾਅਦ ਉਸਨੇ ਉੱਥੇ ਇਕੱਲੇ ਰਹਿਣਾ ਬੰਦ ਕਰ ਦਿੱਤਾ। ਇਹ ਗੱਲ ਬਹੁਤ ਮਸ਼ਹੂਰ ਹੋਈ ਸੀ। ਮੇਰੇ ਪਿਤਾ ਜੀ ਅਤੇ ਉਹਨਾਂ ਦੇ ਚਾਚਾ ਇਹ ਸਭ ਕੁਝ ਸੁਣਨ ਤੋਂ ਬਾਅਦ ਬਹੁਤ ਹੈਰਾਨ ਅਤੇ ਉਤਸ਼ਾਹਿਤ ਹੋਏ। ਉਹਨਾਂ ਸੋਚਿਆ ਕਿ ਇਹ ਲੋਕ ਅਨਪੜ੍ਹ ਹਨ, ਇਸ ਕਰਕੇ ਇੱਥੇ ਅੰਧ ਵਿਸ਼ਵਾਸ ਜ਼ਿਆਦਾ ਹੈ। ਉਹਨਾਂ ਨੇ ਸਭ ਨੂੰ ਗਲਤ ਸਾਬਿਤ ਕਰਨ ਵਾਸਤੇ ਉੱਥੇ ਇੱਕ ਰਾਤ ਬਿਤਾਉਣ ਦਾ ਫੈਸਲਾ ਕੀਤਾ। ਉਹਨਾਂ ਨੂੰ ਇਸ ਦੇ ਵਿਰੁੱਧ ਚੇਤਾਵਨੀ ਦਿੱਤੀ ਗਈ ਸੀ। ਨਾਨਾ ਸਮੇਤ ਕੁਝ ਬਜ਼ੁਰਗਾਂ ਦੁਆਰਾ ਉਹਨਾਂ ਨੂੰ ਉਸ ਘਰ ਤੋਂ ਦੂਰ ਰਹਿਣ ਵਾਸਤੇ ਕਿਹਾ ਗਿਆ ਸੀ, ਪਰ ਜਵਾਨ ਖੂਨ ਕਿੱਥੇ ਮੰਨਦਾ ਹੈ। ਉਹ ਜੈਸੇ ਵੀ ਕਰਕੇ ਅੰਤ ਵਿੱਚ ਆਪਣੇ ਘਰਦਿਆਂ ਨੂੰ ਮਨਾਉਣ ਵਿੱਚ ਸਫਲ ਹੋ ਗਏ। ਉਹਨਾਂ ਨੇ ਫੈਸਲਾ ਕੀਤਾ ਕਿ ਉਹ ਹਨੇਰੇ ਤੋਂ ਬਾਅਦ ਅੱਧੀ ਰਾਤ ਤੋਂ ਥੋੜਾ ਪਹਿਲਾਂ ਉਸ ਘਰ ਵਿੱਚ ਜਾਣਗੇ ਅਤੇ ਸਵੇਰ ਤੱਕ ਉੱਥੇ ਹੀ ਸੌਣਗੇ। ਕਿਉਂਕਿ ਘਰ ਵਰਤੋਂ ਵਿੱਚ ਨਹੀਂ ਸੀ, ਉਹਨਾਂ ਨੇ ਚਾਰਪਾਈ ਤੇ ਛੱਤ ਤੇ ਸੌਣ ਦਾ ਫੈਸਲਾ ਕੀਤਾ। ਉਹਨਾਂ ਨੇ ਆਪਣੇ ਚੌਕੀਦਾਰ ਨੂੰ ਇਹ ਵੀ ਹਿਦਾਇਤ ਦਿੱਤੀ ਕਿ ਉਹ ਅੰਦਰ ਜਾਣ ਤੋਂ ਬਾਅਦ ਮੁੱਖ ਦਰਵਾਜ਼ੇ ਨੂੰ ਤਾਲਾ ਲਗਾ ਦੇਣ, ਤਾਂ ਜੋ ਵੀ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਹੋਰ ਉਹਨਾਂ ਦੇ ਬਾਅਦ ਦਾਖਲ ਨਾ ਹੋ ਸਕੇ ਅਤੇ ਸਵੇਰੇ ਹੀ ਦਰਵਾਜ਼ਾ ਖੋਲ੍ਹੇ। ਚੌਕੀਦਾਰ ਇਹ ਸੁਣ ਕੇ ਹੱਸਿਆ ਅਤੇ ਉਹਨਾਂ ਨੂੰ ਕਿਹਾ ਕਿ ਉਹ ਚਾਬੀ ਤਿਆਰ ਰੱਖੇਗਾ, ਕਿਉਂਕਿ ਉਹ ਉਸ ਨੂੰ ਬਹੁਤ ਪਹਿਲਾਂ ਬੁਲਾ ਰਹੇ ਹੋਣਗੇ। ਉਹ 4 ਜਣੇ ਸਨ, 2 ਚਚੇਰੇ ਭਰਾ, ਚਾਚਾ ਜੀ ਅਤੇ ਮੇਰੇ ਪਿਤਾ ਜੀ। ਇਸ ਤੋਂ ਪਹਿਲਾਂ ਕਿ ਉਹਨਾਂ ਨੇ ਉਸ ਘਰ ਜਾਣਾ ਸੀ, ਉਹਨਾਂ ਦੇ ਘਰ ਦੇ ਵਿੱਚੋਂ ਇੱਕ ਮੈਂਬਰ ਨੇ ਉਹਨਾਂ ਨੂੰ ਕਿਹਾ ਕਿ ਵਿਹੜੇ ਵਿੱਚ ਇੱਕ ਕੈਰਮ ਬੋਰਡ ਲਗਾਓ ਅਤੇ ਇਸ ਨੂੰ ਉੱਥੇ ਹੀ ਛੱਡ ਦਿਓ, ਅਣਛੋਇਆ, ਅਤੇ ਕੁਝ ਸਮੇਂ ਬਾਅਦ ਇਸ ਨੂੰ ਚੈੱਕ ਕਰੋ। ਉਹ ਮੰਨ ਗਏ। ਉਹਨਾਂ ਨੇ ਕੈਰਮ ਬੋਰਡ ਨੂੰ ਹਿਦਾਇਤ ਅਨੁਸਾਰ ਘਰ ਵਿੱਚ ਸਥਾਪਿਤ ਕੀਤਾ ਅਤੇ ਗੀਟੀਆਂ ਨੂੰ ਉਸ ਦੇ ਵਿੱਚ ਸਜਾ ਕੇ ਰੱਖ ਦਿੱਤਾ ਅਤੇ ਇਸ ਤੋਂ ਬਾਅਦ ਆਪਣੀ ਚਾਰਪਾਈ ਛੱਤ ਤੇ ਲੈ ਗਏ। ਹਨੇਰੇ ਵਿੱਚ ਇਹ ਸਭ ਕੁਝ ਕਰਨਾ ਮੁਸ਼ਕਿਲ ਸੀ, ਕਿਉਂਕਿ ਉਹਨਾਂ ਦੇ ਘਰ ਵਿੱਚ ਬਿਜਲੀ ਦੀ ਸਪਲਾਈ ਨਹੀਂ ਸੀ। ਉਹਨਾਂ ਦੀ ਰੌਸ਼ਨੀ ਦਾ ਇੱਕੋ ਇੱਕ ਸਰੋਤ ਇੱਕ ਤੇਲ ਦੀ ਲਾਲਟੈਨ ਸੀ ਅਤੇ ਜਿਸ ਦੀ ਰੌਸ਼ਨੀ ਬਹੁਤ ਮੱਧਮ ਅਤੇ ਪੀਲੀ ਸੀ। ਪਰ ਉਹ ਪੂਤ ਦੇ ਦਰਸ਼ਨ ਨਾ ਹੋਣ ਦੇ ਕਾਰਨ ਅਜੇ ਵੀ ਖੁਸ਼ ਸਨ ਅਤੇ ਮਜ਼ਾਕ ਬਣਾ ਰਹੇ ਸਨ ਕਿ ਪਿੰਡਾਂ ਦੇ ਲੋਕੀ ਕਿੰਨੇ ਮੂਰਖ ਹੁੰਦੇ ਹਨ। ਉਹਨਾਂ ਨੇ ਪਹਿਲਾ ਘੰਟਾ ਤਾਸ਼ ਖੇਡਦਿਆਂ ਬਿਤਾਇਆ ਅਤੇ ਕੁਝ ਵੀ ਅਜਿਹਾ ਡਰਾਵਨਾ ਨਹੀਂ ਹੋਇਆ। ਘਰ ਤਾਂ ਬਹੁਤ ਜ਼ਿਆਦਾ ਆਰਾਮਦਾਇਕ ਸੀ। ਉਹ ਹੈਰਾਨ ਹੋਣ ਲੱਗੇ ਕਿ ਹਰ ਕੋਈ ਇਸ ਨੂੰ ਭੂਤ ਦਾ ਘਰ ਸਮਝਦਾ ਹੈ। ਅਤੇ ਫਿਰ ਅਚਾਨਕ ਤਾਸ਼ ਖੇਡਦੇ ਦੌਰਾਨ ਉਹਨਾਂ ਨੇ ਵਿਹੜੇ ਵਿੱਚ ਪੁਰਾਣੇ ਹੈਂਡ ਪੰਪ ਦੀ ਉੱਚੀ ਆਵਾਜ਼ ਅਤੇ ਪਾਣੀ ਦੇ ਵਹਿਣ ਦੀ ਆਵਾਜ਼ ਸੁਣੀ, ਜੋ ਅਸੰਭਵ ਸੀ ਕਿਉਂਕਿ ਨੀਚੇ ਦਾ ਮੇਨ ਗੇਟ ਬੰਦ ਸੀ। ਕੋਈ ਵੀ ਆ ਨਹੀਂ ਸਕਦਾ ਸੀ। ਉਹ 4 ਮੰਜ਼ਿਲਾ ਉੱਪਰ ਛੱਤ ਤੇ ਸਨ, ਪਰ ਉਹ ਆਵਾਜ਼ ਅਜੇ ਵੀ ਉਹਨਾਂ ਦੇ ਅੰਦਰ ਕੰਬਣੀ ਪੈਦਾ ਕਰ ਰਹੀ ਸੀ। ਉਹਨਾਂ ਨੇ ਇਸ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕੀਤੀ। ਸੋਚਿਆ ਸ਼ਾਇਦ ਕਿਸੇ ਹੋਰ ਘਰ ਦੇ ਹੈਂਡ ਪੰਪ ਵਿੱਚੋਂ ਇਹ ਆਵਾਜ਼ ਆ ਰਹੀ ਹੋਵੇਗੀ, ਜੋ ਉਹਨਾਂ ਦੀ ਗਲਤੀ ਸੀ। ਪਰ ਹੈਂਡ ਪੰਪ ਆਪਣੇ ਆਪ ਪਾਣੀ ਨੂੰ ਪੰਪ ਕਰਦਾ ਰਿਹਾ। ਅਚਾਨਕ ਹੈਂਡ ਪੰਪ ਚੱਲਣਾ ਰੁਕ ਗਿਆ। ਉਹਨਾਂ ਨੇ 1 ਵਜੇ ਤੱਕ ਤਾਸ਼ ਖੇਡੀ ਅਤੇ ਉਸ ਤੋਂ ਬਾਅਦ ਸੌਣ ਦਾ ਫੈਸਲਾ ਕੀਤਾ। ਮੇਰੇ ਪਿਤਾ ਜੀ ਚਾਰਪਾਈ ਤੇ ਇੱਕ ਕਿਨਾਰੇ ਤੇ ਸੋ ਗਏ ਅਤੇ ਇੱਕ ਚੱਟਾਨ ਵਾਂਗ ਸੋ ਰਹੇ ਸੀ, ਯਾਨੀ ਕਿ ਉਹਨਾਂ ਨੂੰ ਬਹੁਤ ਗਹਿਰੀ ਨੀਂਦ ਆਉਂਦੀ ਹੈ। ਅਚਾਨਕ ਉਹਨਾਂ ਦੇ ਚਚੇਰੇ ਭਰਾ ਨੇ ਉਹਨਾਂ ਨੂੰ ਜਗਾਇਆ।
ਉਹ ਆਪਣੇ ਚਚੇਰੇ ਭਰਾ ਦੇ ਡਰੇ ਹੋਏ ਚਿਹਰੇ ਵੱਲ ਦੇਖ ਕੇ ਹੈਰਾਨ ਸੀ। ਉਹਨਾਂ ਦੇ ਚਚੇਰੇ ਭਰਾ ਨੇ ਅੰਕਲ ਅਰਸ਼ਦ ਵੱਲ ਇਸ਼ਾਰਾ ਕੀਤਾ ਜੋ ਦੂਰ ਕਿਨਾਰੇ ਤੇ ਸੋ ਰਿਹਾ ਸੀ। ਅੰਕਲ ਅਰਸ਼ਦ ਦਰਦ ਨਾਲ ਚੀਕ ਰਿਹਾ ਸੀ ਅਤੇ ਅਜੀਬ ਆਵਾਜ਼ਾਂ ਕੱਢ ਰਿਹਾ ਸੀ ਅਤੇ ਆਪਣਾ ਗਲਾ ਫੜ ਰਿਹਾ ਸੀ। ਉਹਨਾਂ ਨੇ ਅੰਕਲ ਅਰਸ਼ਦ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਜਾਗ ਨਹੀਂ ਰਿਹਾ ਸੀ। ਇਸ ਡਰ ਨਾਲ ਸਾਰੇ ਅੰਕਲ ਨੂੰ ਜਗਾਉਣ ਲੱਗੇ। ਅਚਾਨਕ ਚਾਚਾ ਅਰਸ਼ਦ ਜ਼ੋਰ ਨਾਲ ਸਾਹ ਲੈ ਕੇ ਉੱਠਿਆ ਅਤੇ ਅਜੇ ਵੀ ਗਲਾ ਫੜਿਆ ਹੋਇਆ ਸੀ। ਉਸਨੇ ਉਹਨਾਂ ਵੱਲ ਦੇਖਿਆ ਅਤੇ ਕਿਹਾ, ਸਾਨੂੰ ਹੁਣ ਇਹ ਜਗ੍ਹਾ ਛੱਡਣੀ ਚਾਹੀਦੀ ਹੈ। ਤੜਕੇ ਦੇ 3 ਵੱਜ ਚੁੱਕੇ ਹਨ। ਦੂਜੇ ਚਚੇਰੇ ਭਰਾ ਵਿੱਚੋਂ ਇੱਕ ਨੇ ਕਿਹਾ, ਸਾਨੂੰ ਸਿਰਫ 1 ਘੰਟਾ ਜਾਂ ਇਸ ਤੋਂ ਵੱਧ ਉਡੀਕ ਕਰਨੀ ਪਵੇਗੀ। ਅਤੇ ਫਿਰ ਗੱਲ ਨੂੰ ਕੱਟਦੇ ਹੋਏ ਅੰਕਲ ਅਰਸ਼ਦ ਨੇ ਕਿਹਾ, ਮੈਂ ਹੁਣੇ ਇਸ ਥਾਂ ਨੂੰ ਛੱਡਣਾ ਚਾਹੁੰਦਾ ਹਾਂ, ਨਹੀਂ ਤਾਂ ਮੈਂ ਛੱਤ ਤੋਂ ਛਾਲ ਮਾਰਾਂਗਾ। ਇਸ ਤੋਂ ਬਾਅਦ ਉਹ ਹੋਰ ਵੀ ਡਰ ਗਏ। ਉਹਨਾਂ ਨੇ ਜਾਣ ਦਾ ਫੈਸਲਾ ਕੀਤਾ ਪਰ ਯਾਦ ਹੈ ਕਿ ਘਰ ਦੇ ਪ੍ਰਵੇਸ਼ ਦੁਆਰ ਨੂੰ ਅਜੇ ਵੀ ਤਾਲਾ ਲੱਗਿਆ ਹੋਇਆ ਸੀ। ਇਸ ਲਈ ਉਹ ਚੌਕੀਦਾਰ ਦਾ ਧਿਆਨ ਖਿੱਚਣ ਲਈ ਰੌਲਾ ਪਾਉਣ ਲੱਗੇ। ਹਾਲਾਂਕਿ ਜਲਦੀ ਹੀ ਉਹਨਾਂ ਦਾ ਧਿਆਨ ਮੇਰੇ ਪਿਤਾ ਜੀ ਦੇ ਨਾਨਾ ਜੀ ਵੱਲ ਗਿਆ ਜੋ ਕਿ ਆਪਣੇ ਘਰ ਦੀ ਛੱਤ ਤੇ ਸੋ ਰਹੇ ਸਨ। ਕੁਝ ਦੇਰ ਜ਼ੋਰ ਦੀ ਆਵਾਜ਼ ਦੇਣ ਤੋਂ ਬਾਅਦ ਚੌਕੀਦਾਰ ਨੇ ਉਹਨਾਂ ਦੀ ਆਵਾਜ਼ ਸੁਣ ਲਈ ਅਤੇ ਉਹਨਾਂ ਨੇ ਚੌਕੀਦਾਰ ਨੂੰ ਤਾਲਾ ਖੋਲ੍ਹਣ ਵਾਸਤੇ ਕਿਹਾ। ਚੌਕੀਦਾਰ ਵੀ ਦਰਵਾਜ਼ੇ ਵੱਲ ਆ ਰਿਹਾ ਸੀ। ਛੱਤ ਤੋਂ ਥੱਲੇ ਜਾਣ ਵਾਸਤੇ ਪੌੜੀਆਂ ਸੀ। ਉਹਨਾਂ ਨੂੰ ਪੌੜੀਆਂ ਤੋਂ ਹੇਠਾਂ ਉਤਰਨਾ ਪਿਆ। ਹਨੇਰੇ ਵਿੱਚ ਪੌੜੀਆਂ ਵੀ ਬੜੀ ਭਿਆਨਕ ਲੱਗ ਰਹੀਆਂ ਸਨ। ਕਾਲੇ ਹਨੇਰੇ ਵਿੱਚ ਉਹਨਾਂ ਨੂੰ ਮਾਰਗਦਰਸ਼ਨ ਕਰਨ ਲਈ ਲਾਲਟੇਨ ਦੀ ਮੱਧਮ ਰੌਸ਼ਨੀ ਤੋਂ ਇਲਾਵਾ ਕੁਝ ਵੀ ਨਹੀਂ ਸੀ। ਉਹ ਹੌਲੀ ਹੇਠਾਂ ਉਤਰੇ ਅਤੇ ਬਹੁਤ ਬਹਿਸ ਕਰਦੇ ਹੋਏ ਕਿ ਕੌਣ ਪਹਿਲਾਂ ਹੇਠਾਂ ਉਤਰੇਗਾ। ਉਹਨਾਂ ਨੇ ਆਪਣੀਆਂ ਅੱਖਾਂ ਲਗਭਗ ਬੰਦ ਕਰ ਰੱਖੀਆਂ ਸਨ ਅਤੇ ਉਹਨਾਂ ਦੇ ਆਲੇ ਦੁਆਲੇ ਨਾ ਦੇਖਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਹਨੇਰੇ ਵਿੱਚ ਅਜੀਬ ਪ੍ਰਾਣੀਆਂ ਨੂੰ ਦੇਖ ਰਹੇ ਸਨ ਜੋ ਉਹਨਾਂ ਵੱਲ ਡਰਾਵਨੇ ਢੰਗ ਨਾਲ ਹੱਸ ਰਹੇ ਸਨ। ਕਦੇ ਉਹਨਾਂ ਵਿੱਚੋਂ ਇੱਕ ਨੂੰ ਖਿੱਚਿਆ ਜਾ ਰਿਹਾ ਸੀ। ਸਭ ਲੋਕ ਬੇਹੱਦ ਡਰ ਗਏ ਸੀ ਪਰ ਕੋਈ ਜ਼ਾਹਿਰ ਨਹੀਂ ਕਰ ਰਿਹਾ ਸੀ। ਮੇਰੇ ਪਿਤਾ ਜੀ ਅਤੇ ਉਹਨਾਂ ਦੇ ਚਚੇਰੇ ਭਰਾਵਾਂ ਦੇ ਦਿਮਾਗ ਵਿੱਚ ਅਜੇ ਵੀ ਅੰਕਲ ਅਰਸ਼ਦ ਆਪਣਾ ਗਲਾ ਫੜੀ ਬੈਠੇ ਸੀ। ਅੰਕਲ ਦੀ ਤਸਵੀਰ ਅਜੇ ਵੀ ਤਾਜ਼ਾ ਸੀ। ਜਦੋਂ ਉਹ ਆਖਰਕਾਰ ਵਿਹੜੇ ਵਿੱਚ ਪਹੁੰਚੇ ਤਾਂ ਉਹ ਕੈਰਮ ਬੋਰਡ ਦੇ ਪਾਸਿਓਂ ਲੰਘ ਰਹੇ ਸੀ ਅਤੇ ਉਹਨਾਂ ਸਾਰਿਆਂ ਨੇ ਦੇਖਿਆ ਕਿ ਹੁਣ ਸਾਰੀਆਂ ਗੀਟੀਆਂ ਕੈਰਮ ਬੋਰਡ ਦੀ ਜੇਬਾਂ ਵਿੱਚ ਸੀ ਜੋ ਬਹੁਤ ਡਰਾਵਨਾ ਸੀ। ਜਦੋਂ ਉਹ ਆਖਰਕਾਰ ਦਰਵਾਜ਼ੇ ਤੇ ਪਹੁੰਚੇ ਤਾਂ ਚੌਕੀਦਾਰ ਉਹਨਾਂ ਦੀ ਉਡੀਕ ਕਰ ਰਿਹਾ ਸੀ। ਉਸ ਦੇ ਚਿਹਰੇ ਤੇ ਵੱਡੀ ਰਹੱਸਮਈ ਮੁਸਕਰਾਹਟ ਸੀ। ਕੈਸੀ ਰਹੀ ਤੁਹਾਡੀ ਰਾਤ? ਕੀ ਤੁਹਾਡਾ ਗਰਮ ਖੂਨ ਠੰਡਾ ਹੋ ਗਿਆ? ਉਸਨੇ ਉਹਨਾਂ ਤੇ ਹੱਸਦੇ ਹੋਏ ਕਿਹਾ। ਉਹ ਸਾਰੇ ਇੰਨੇ ਡਰੇ ਹੋਏ ਸੀ ਕਿ ਚੌਕੀਦਾਰ ਦੀ ਗੱਲਾਂ ਵੱਲ ਉਹਨਾਂ ਦਾ ਬਿਲਕੁਲ ਵੀ ਧਿਆਨ ਨਹੀਂ ਸੀ। ਘਰੋਂ ਬਾਹਰ ਨਿਕਲਣ ਤੋਂ ਬਾਅਦ ਉਹਨਾਂ ਨੇ ਅੰਕਲ ਅਰਸ਼ਦ ਨੂੰ ਹੜਬੜਾਉਂਦੇ ਹੋਏ ਪੁੱਛਿਆ ਕਿ ਕੀ ਹੋਇਆ ਹੈ ਪਰ ਉਸਨੇ ਹਨੇਰੇ ਤੋਂ ਬਾਹਰ ਹੋਣ ਤੱਕ ਉਹਨਾਂ ਨੂੰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਉਹ ਉਸਨੂੰ ਇੱਕ ਸਟਰੀਟ ਲੈਂਪ ਕੋਲ ਲੈ ਗਏ ਅਤੇ ਜਦੋਂ ਤੱਕ ਉਹ ਸ਼ਾਂਤ ਨਾ ਹੋ ਗਏ ਅਤੇ ਡਰ ਨਾਲ ਕੰਬਣਾ ਬੰਦ ਨਹੀਂ ਕਰ ਦਿੱਤਾ ਉਹ ਉਸ ਦੇ ਹੇਠਾਂ ਬੈਠੇ ਰਹੇ ਅਤੇ ਫਿਰ ਉਸਨੇ ਉਹਨਾਂ ਨੂੰ ਆਪਣੀ ਕਹਾਣੀ ਦੱਸੀ। ਅੰਕਲ ਅਰਸ਼ਦ ਨੇ ਦੱਸਿਆ, ਜਦੋਂ ਮੈਂ ਸੌਂ ਗਿਆ ਤਾਂ ਮੈਂ ਸੁਪਨਾ ਦੇਖ ਰਿਹਾ ਸੀ ਕਿ ਮੈਂ ਘਰ ਵਿੱਚ ਹਾਂ। ਮੈਂ ਵਿਹੜੇ ਵੱਲ ਤੁਰ ਪਿਆ ਅਤੇ ਸੁਪਨੇ ਵਿੱਚ ਉੱਥੇ ਪਿਸ਼ਾਬ ਕਰਨ ਲੱਗ ਪਿਆ। ਉਦੋਂ ਹੀ ਇੱਕ ਲੰਬੀ ਦਾੜੀ ਅਤੇ ਡਰਾਉਣੀਆਂ ਅੱਖਾਂ ਵਾਲਾ ਬਜ਼ੁਰਗ ਆਇਆ। ਉਸ ਦਾ ਚਿਹਰਾ ਬੜਾ ਭਿਆਨਕ ਸੀ ਅਤੇ ਮੈਨੂੰ ਉਸਨੇ ਗਲੇ ਤੋਂ ਫੜ ਲਿਆ। ਉਸਨੇ ਚੀਕਿਆ, ਤੇਰੀ ਹਿੰਮਤ ਕਿਵੇਂ ਹੋਈ ਇਸ ਪਵਿੱਤਰ ਸਥਾਨ ਨੂੰ ਪਲੀਤ ਕਰਨ ਦੀ? ਅਤੇ ਇੱਕ ਹੱਥ ਨਾਲ ਮੈਨੂੰ ਹਵਾ ਵਿੱਚ ਉੱਚਾ ਚੁੱਕ ਲਿਆ। ਜਦੋਂ ਤੁਸੀਂ ਸਾਰਿਆਂ ਨੇ ਮੈਨੂੰ ਜਗਾਇਆ ਤਾਂ ਮੈਂ ਬੇਬਸ ਸੀ, ਲੱਤ ਮਾਰ ਰਿਹਾ ਸੀ ਅਤੇ ਮੇਰਾ ਸਾਹ ਰੁਕ ਰਿਹਾ ਸੀ। ਉਹਨਾਂ ਨੂੰ ਕਹਾਣੀ ਸੁਣਾਉਣ ਤੋਂ ਬਾਅਦ ਉਸਨੇ ਆਖਰਕਾਰ ਆਪਣੇ ਗਲੇ ਤੋਂ ਹੱਥ ਹਟਾ ਦਿੱਤੇ। ਦੀਵੇ ਦੀ ਰੌਸ਼ਨੀ ਵਿੱਚ ਵੀ ਉਹ ਉਸ ਦੀ ਗਰਦਨ ਤੇ ਬਿਲਕੁਲ ਸਾਫ਼ ਦੇਖ ਸਕਦੇ ਸਨ ਕਿ ਇੱਕ ਹੱਥ ਦੇ ਖੂਨੀ ਨੀਲੇ ਨਿਸ਼ਾਨ ਸਨ। ਕਹਾਣੀ ਭੇਜਣ ਵਾਲੇ ਨੇ ਇਸ ਨੂੰ ਬਿਲਕੁਲ ਸੱਚ ਦੱਸਿਆ ਹੈ। ਤੁਸੀਂ ਕੀ ਸੋਚਦੇ ਹੋ ਕਿ ਉਹ ਕੌਣ ਸੀ ਜਿਸ ਭੂਤ ਨੇ ਇਹਨਾਂ ਨੂੰ ਘਰ ਵਿੱਚੋਂ ਡਰਾ ਕੇ ਭਜਾ ਦਿੱਤਾ? ਦੋਸਤੋ, ਇਹ ਸੱਚੀ ਕਹਾਣੀ ਇੱਕ ਭਰਾ ਨੇ ਭੇਜੀ ਹੈ। ਤੁਸੀਂ ਵੀ ਆਪਣੀ ਕਹਾਣੀ WhatsApp ਨਾਲ ਸਾਨੂੰ ਸ਼ੇਅਰ ਕਰ ਸਕਦੇ ਹੋ। ਬਾਕੀ ਤੁਸੀਂ ਇਸ ਕਹਾਣੀ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਦੱਸੋ। ਅਸੀਂ ਤੁਹਾਡੇ ਕਮੈਂਟਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਾਂਗੇ। ਜੇ ਸਾਡੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਸਾਡਾ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ। ਤਾਂ ਫਿਰ ਚੱਲਦੇ ਹਾਂ, ਛੇਤੀ ਹੀ ਫਿਰ ਮਿਲਾਂਗੇ ਇੱਕ ਹੋਰ ਸੱਚੀ ਕਹਾਣੀ ਦੇ ਨਾਲ। ਤਦ ਤੱਕ ਲਈ ਗੁੱਡ ਬਾਏ।